ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਆਪ ਜੀ ਦਾ ਸਵਾਗਤ ਹੈ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਐਡਮਿੰਟਨ ਸ਼ਹਿਰ ਦੇ ਵਿੱਚ ਮਹਾਰਾਜਾ ਬੈਂਕਟ ਹਾਲ ਦੇ ਵਿੱਚ ਪਹੁੰਚੇ ਹਾਂ। ਈਵੈਂਟ ਬੜੀ ਖਾਸ ਆ। ਇੰਡੋ ਕੈਨੇਡੀਅਨ ਪੰਜਾਬੀ ਡਾਇਰੈਕਟਰੀ ਦੇ 14ਵੇਂ ਐਡੀਸ਼ਨ ਦੀ ਘੁੰਡ ਚਕਾਈ ਹੈ ਜੀ। ਤੇ ਇਸ ਮੌਕੇ ਤੇ ਸਾਡੇ ਨਾਲ ਇਸ ਡਾਇਰੈਕਟਰੀ ਨੂੰ ਡਿਜ਼ਾਈਨ ਕਰਨ ਵਾਲੇ, ਇਹਦੀ ਪਬਲੀਕੇਸ਼ਨ ਕਰਨ ਵਾਲੇ ਔਰ ਜਿੰਨੀ ਵੀ ਮਿਹਨਤ ਅਣਥੱਕ ਮਿਹਨਤ ਲੱਗੀ ਆ ਉਸ ਦੇ ਪਿੱਛੇ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਾਡੇ ਨਾਲ ਜੁੜੀਆਂ ਨੇ। ਮੇਰੇ ਖੱਬੇ ਪਾਸੇ ਨੇ ਭਾਜੀ ਲਾਟ ਪਿੰਡਰ ਹੋਣੀ ਤੇ ਸੱਜੇ ਪਾਸੇ ਨੇ ਭਾਜੀ ਹਰਜੀਤ ਸਿੰਘ ਸੰਧੂ। ਸੋ ਲਾਟ ਭਾਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਵੱਡਾ ਉਪਰਾਲਾ ਵਾ, ਬਹੁਤ ਮਿਹਨਤ ਲੱਗੀ ਹੋਣੀ ਆ। ਮਿਹਰਬਾਨੀ ਜੀ। ਬਿਲਕੁਲ ਟਾਈਮ ਤਾਂ ਲੱਗਦਾ, ਤੇ ਦੂਸਰਾ ਇਹ ਕਿ ਕੋਵਿਡ ਤੋਂ ਬਾਹਰ ਨਿਕਲ ਤੋਂ ਬਾਅਦ ਜਿਹੜੀਆਂ ਮੁਸ਼ਕਿਲਾਂ ਸੀ ਟੈਕਨੀਕਲ ਹੋਰ ਉਹਨਾਂ ਦਾ ਵੀ ਸਾਹਮਣਾ ਕਰਦੇ ਆਏ। ਫਿਰ ਵੀ ਅਸੀਂ ਖੁਸ਼ਕਿਸਮਤ ਹਾਂ ਕਿ ਭਾਈਚਾਰੇ ਵਾਸਤੇ ਡਾਇਰੈਕਟਰੀ ਜਿਹੜੀ ਤਿਆਰ ਕਰਕੇ ਜੀ ਤੇ ਜਾਰੀ ਕਰ ਰਹੇ ਹਾਂ। ਤੇ ਹਰਜੀਤ ਭਾਜੀ, ਇਹ 14ਵਾਂ ਐਡੀਸ਼ਨ ਆ। ਪਹਿਲਾ ਐਡੀਸ਼ਨ ਕਦੋਂ ਕੱਢਿਆ ਸੀ? 97 ਦੇ ਵਿੱਚ ਮੁੰਬਈ ਲਾਟ ਪਿੰਡ ਉਹਨਾਂ ਦੇ ਉਦਮ ਸਦਕਾ ਪਹਿਲੀ ਡਾਇਰੈਕਟਰੀ ਨਿਕਲੀ ਸੀ। ਉਸ ਤੋਂ ਬਾਅਦ ਜਿਹੜਾ ਤਕਰੀਬਨ ਹਰ ਸਾਲ ਕੋਸ਼ਿਸ਼ ਕੀਤੀ ਹੈ ਕਿ 14ਵਾਂ ਐਡੀਸ਼ਨ ਹੈ ਜਿਹੜਾ ਇਹ ਤੁਹਾਡੇ ਸਾਹਮਣੇ ਆ ਜੀ। ਤੇ ਲਗਾਤਾਰ ਕੱਢਦੇ ਆ ਰਹੇ। ਪਿਛਲੇ 2 ਸਾਲ ਕੋਵਿਡ ਕਰਕੇ ਸਕਿਪ ਕਰ ਦਿੱਤੀ ਸੀ, ਪਰ ਹੁਣ ਜਿਹੜਾ ਇਹ 10,000 ਇਹਦੀਆਂ ਪ੍ਰਿੰਟਡ ਕਾਪੀਜ਼ ਦੇ ਨਾਲ ਨਾਲ ਸਾਡੀ ਜਿਹੜੀ ਹੈਗੀ ਵੈਬਸਾਈਟ ਆ ਪੰਜਾਬੀ ਡਾਇਰੈਕਟਰੀ ਐਡਮਿੰਟਨ.ca, ਉਹਦੇ ਉੱਪਰ ਵੀ ਸਾਰੀਆਂ ਐਡਸ ਹੁੰਦੀਆਂ ਨੇ। 250 ਤੋਂ ਉੱਪਰ ਐਡਸ ਨੇ ਇਸ ਡਾਇਰੈਕਟਰੀ ਦੇ ਵਿੱਚ। ਤੇ ਨਾਲ ਦੀ ਨਾਲ ਇਸ ਵਾਰ ਪਹਿਲੀ ਵਾਰ ਅਸੀਂ ਐਪ ਸ਼ੁਰੂ ਕਰ ਰਹੇ ਹਾਂ ਜੀ। ਸੋ ਸਾਰਿਆਂ ਵਾਸਤੇ, ਐਡਮਿੰਟਨ ਵਾਸੀਆਂ ਵਾਸਤੇ ਸੌਖਾ ਹੋ ਜਾਊਗਾ। ਆਈ ਮੀਨ ਕਿ ਜਿਨ੍ਹਾਂ ਨੇ ਵੀ ਕੋਈ ਵੀ ਬਿਜ਼ਨਸ ਇਹਦੇ ਵਿੱਚੋਂ ਲੱਭਣਾ ਹੋਵੇ, ਰੈਸਟੋਰੈਂਟ ਲੱਭਣਾ ਹੋਵੇ, ਰੀਅਲਟਰ ਲੱਭਣਾ ਹੋਵੇ, ਲੋਅਰ ਲੱਭਣਾ ਹੋਵੇ, ਜਾਂ ਕੋਈ ਵੀ ਬਿਜ਼ਨਸ ਲੱਭਣਾ ਹੋਵੇ, ਜਿੰਨੇ ਵੀ ਬਿਜ਼ਨਸ ਦੇ ਵਿੱਚ ਨੇ, ਸੌਖੇ ਤਰੀਕੇ ਨਾਲ ਤੁਸੀਂ ਐਪ ਤੋਂ, ਫੋਨ ਤੋਂ ਮਤਲਬ ਤੁਸੀਂ ਜਿਹੜਾ ਹੈਗਾ ਉਹ ਲੱਭ ਸਕਦੇ ਹੋ। ਤੇ ਸੰਧੂ ਭਾਜੀ, ਮੈਂ ਜ਼ਿਕਰ ਕਰ ਰਿਹਾ ਸੀਗਾ ਵੀ ਜਦੋਂ ਤੁਸੀਂ ਪਹਿਲਾ ਐਡੀਸ਼ਨ ਦੱਸਿਆ ਵੀ 1996-7 ਦੇ ਵਿੱਚ ਕੱਢਿਆ ਸੀਗਾ, ਤੇ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ 'ਚ ਟੈਕਨੋਲੋਜੀ 'ਚ ਬਹੁਤ ਡਿਫਰੈਂਸ ਆ ਚੁੱਕਿਆ। ਜਿਵੇਂ ਨੋ ਡਾਊਟ ਤੁਸੀਂ ਕਿਹਾ ਵੀ ਅਸੀਂ ਐਪ ਜਾਂ ਵੈਬਸਾਈਟ 'ਤੇ ਵੀ ਇਹਨੂੰ ਮੁਹੱਈਆ ਕਰਵਾਇਆ ਵਾ ਜੀ, ਪਰ ਜਿਹੜੇ ਐਡਮਿੰਟੋਨੀਅਨ ਨੇ, ਖਾਸ ਕਰ ਬਿਜ਼ਨਸਮੈਨ, ਉਹਨਾਂ ਦਾ ਸਹਿਯੋਗ, ਉਹਨਾਂ ਦਾ ਸਮਰਥਨ ਕਿੰਨਾ ਕਰਿਆ ਵਾ, ਔਰ ਇਸ ਸਮੇਂ ਦੇ ਵਿੱਚ ਇਸ ਡਾਇਰੈਕਟਰੀ ਦੀ ਕੀ ਪ੍ਰਸੰਗਿਕਤਾ, ਕੀ ਮਹੱਤਤਾ ਤੁਸੀਂ ਦੇਖਦੇ ਜੇ? ਮਨਜੀਤ ਜੀ, ਪਹਿਲੋਂ ਤਾਂ ਜਿੰਨੇ ਵੀ ਅਸੀਂ ਐਡੀਸ਼ਨ ਕੱਢੇ ਨੇ, ਜਿਹੜੇ ਬੇਸ਼ੱਕ ਪ੍ਰਿੰਟਡ ਹੁੰਦੇ ਸੀ, ਵੈਬਸਾਈਟ ਅਸੀਂ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਹੈ। ਸਾਨੂੰ ਅਜੇ ਵੀ ਲੋਕਾਂ ਦੇ ਫੋਨ ਆਉਂਦੇ ਵੀ ਸਾਨੂੰ ਇਹ ਡਾਇਰੈਕਟਰੀ ਦੀਆਂ ਕਾਪੀਆਂ ਚਾਹੀਦੀਆਂ ਨੇ, ਪ੍ਰਿੰਟਡ ਕਾਪੀਆਂ ਚਾਹੀਦੀਆਂ ਨੇ। ਇਸੇ ਕਰਕੇ ਅਸੀਂ ਨਾਲ ਦੀ ਨਾਲ ਪ੍ਰਿੰਟਡ ਕਾਪੀਜ਼ ਵੀ ਇਹਦੀਆਂ ਲਗਾਤਾਰ ਜਾਰੀ ਰੱਖੀਆਂ ਨੇ। ਹੁਣ ਵੀ ਇਹਦਾ 14ਵਾਂ ਐਡੀਸ਼ਨ ਜਿਹੜਿਆਂ ਦੀ ਕਾਫੀ ਕਾਪੀ ਕੱਢੀਆਂ ਨੇ। ਨਾਲ ਦੀ ਨਾਲ ਅਸੀਂ ਜਿਹੜੇ ਲੋਕ ਕਹਿੰਦੇ ਸੀ ਵੀ ਡਿਜੀਟਲ ਹੋਣਾ ਚਾਹੀਦਾ, ਡਿਜੀਟਲ ਮੀਡੀਆ ਦਾ ਯੁੱਗ ਹੈ ਜੀ, ਇਸ ਕਰਕੇ ਅਸੀਂ ਜਿਹੜੀ ਵੈਬਸਾਈਟ ਸ਼ੁਰੂ ਕੀਤੀ, ਜਿਵੇਂ ਮੈਂ ਦੱਸਿਆ ਪੰਜਾਬੀ ਡਾਇਰੈਕਟਰੀ ਐਡਮਿੰਟਨ.ca, ਸਾਰੀਆਂ ਹੀ ਐਡਸ ਉਹਦੇ ਉੱਪਰ ਹੋਣਗੀਆਂ। ਨਾਲ ਐਪ ਸ਼ੁਰੂ ਕਰਨ ਜਾ ਰਹੇ ਹਾਂ ਜੀ। ਤੇ ਉਹਦੇ ਵਿੱਚ ਲੋਕੀ ਜਿਹੜੇ ਕਹਿੰਦੇ ਸੀ ਡਿਜੀਟਲ ਹੋਣਾ ਚਾਹੀਦਾ, ਉਹਨਾਂ ਵਾਸਤੇ ਅਸੀਂ ਕਹਿਣ ਜੋਗੇ ਹੋ ਗਏ ਹਾਂ, ਮਤਲਬ ਵੀ ਹਾਂਜੀ ਡਿਜੀਟਲ ਵੀ ਹੈ ਤੇ ਪ੍ਰਿੰਟਡ ਵਰਜ਼ਨ ਵੀ ਇਹਦਾ ਹੈਗਾ ਜੀ। ਹਾਂਜੀ, ਦੋਨੇ ਚੀਜ਼ਾਂ ਨੇ। ਕਹਿਣ ਦਾ ਮਤਲਬ ਜੀ, ਬਦਲਤੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਡਾਇਰੈਕਟਰੀ ਜਿਹੜੀ ਆ ਇਹ ਪ੍ਰਿੰਟਡ ਫਾਰਮ ਦੇ ਵਿੱਚ ਤਾਂ ਹੋਏਗੀ, ਨਾਲ ਦੇ ਨਾਲ ਡਿਜੀਟਲ ਪਲੇਟਫਾਰਮ ਜਿਹੜਾ ਉਹਦੇ ਉੱਪਰ ਵੀ ਅਵੇਲੇਬਲ ਹੋਏਗੀ। ਜੀ ਵੱਡੀ ਗੱਲ ਇਹ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਲੈ ਕੇ ਜਿਹੜੇ ਜਿੰਨੇ ਵੀ ਸਾਡੇ ਐਡਵਰਟਾਈਜ਼ਰ ਨੇ, ਸਾਨੂੰ ਬਹੁਤ ਭਰਵਾਂ ਹੁੰਗਾਰਾ ਮਿਲਦਾ ਰਿਹਾ। 2 ਸਾਲ ਅਸੀਂ ਕੋਵਿਡ ਕਰਕੇ ਸਕਿਪ ਕੀਤੀ ਸੀ। ਸਾਨੂੰ ਬਹੁਤ ਫੋਨ ਕਾਲਸ ਆਈਆਂ ਕਿ ਤੁਹਾਡਾ ਜਿਹੜਾ ਅਗਲਾ ਐਡੀਸ਼ਨ ਹੈ ਉਹ ਕਦੋਂ ਆ ਰਿਹਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਮੁਬਾਰਕ ਆ ਜੀ। ਤੇ ਲਾਡ ਭਾਜੀ, ਇੱਕ ਸਵਾਲ ਸੀਗਾ। ਮੈਂ ਨਾ 8 ਸਾਲ ਪਹਿਲਾਂ ਜਦੋਂ ਕੈਨੇਡਾ ਦੀ ਧਰਤੀ ਉੱਪਰ ਆਇਆ, ਐਡਮਿੰਟਨ ਸ਼ਹਿਰ 'ਚ ਪਹੁੰਚੇ, ਤੇ ਮੈਂ ਜਦੋਂ ਇਹ ਡਾਇਰੈਕਟਰੀ ਮੈਨੂੰ ਅਵੇਲੇਬਲ ਹੋ ਗਈ, ਤੇ ਇਟ ਵਾਜ਼ ਰੀਅਲੀ ਹੈਂਡੀ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ, ਫੋਰ ਐਗਜ਼ਾਮਪਲ ਕੋਈ ਟੈਕਸੇਸ਼ਨ ਦੀ ਲੋੜ ਆ, ਇਮੀਗ੍ਰੇਸ਼ਨ ਦੀਆਂ ਸਹੂਲਤਾਂ ਦੀ ਲੋੜ ਆ, ਤੁਸੀਂ ਕੋਈ ਹੋਰ ਇੱਦਾਂ ਦੀ ਸਹੂਲਤ ਚਾਹੀਦੀ ਆ, ਕੋਈ ਰੈਸਟੋਰੈਂਟ ਚਾਹੀਦਾ ਵਾ, ਤੇ ਇਹ ਬੜੀ ਹੈਂਡੀ ਆ। ਤੇ ਨਿਊ ਇਮੀਗ੍ਰੈਂਟ ਦੇ ਲਈ ਤਾਂ ਇਹ ਬਹੁਤ ਲਾਹੇਵੰਦ ਆ। ਹੋਰ ਕਿਹੜੇ ਲੋਕ ਤੁਹਾਨੂੰ ਲੱਗਦਾ ਵੀ ਜਿਨ੍ਹਾਂ ਨੂੰ ਇਹਦੇ ਨਾਲ ਬੈਨੀਫਿਟ ਹੋ ਸਕਦਾ? ਦੇਖੋ ਜੀ, ਪਹਿਲੀ ਗੱਲ ਤਾਂ ਟੈਕਨੋਲੋਜੀ ਦੀ ਤੁਸੀਂ ਕੀਤੀ ਆ ਜੀ। ਮੈਨੂੰ ਯਾਦ ਹੈ ਜਦੋਂ 97 ਦੇ ਵਿੱਚ 1997 'ਚ ਪਹਿਲੀ ਡਾਇਰੈਕਟਰੀ ਰਿਸੋਰਸ ਬੁੱਕ ਸੀ ਅਸਲ ਵਿੱਚ ਉਹ ਇਮੀਗ੍ਰੈਂਟਸ ਵਾਸਤੇ, ਤੇ ਉਹ ਤਿਆਰ ਕੀਤੀ ਜਦੋਂ, ਤੇ ਉਦੋਂ ਤੁਸੀਂ ਮੰਨਣਾ ਨਹੀਂ, ਸਕੈਨ ਜਿਹੜਾ ਕਰਦੇ ਹਾਂ ਅਸੀਂ ਚੀਜ਼ਾਂ, ਫੋਟੋ ਸਕੈਨ ਕਰਨੀ, ਬਿਲਕੁਲ, ਤੇ ਇੱਥੇ ਰੇਨਬੋ ਕਾਪੀ ਹੁੰਦੀ ਸੀ। ਰਮੇਸ਼ ਕੁਮਾਰ ਮੇਰੇ ਦੋਸਤ ਸੀ, ਉਹਨਾਂ ਨੇ ਸ਼ੁਰੂ ਕਰਵਾਈ ਪਹਿਲੀ ਡਾਇਰੈਕਟਰੀ ਜਿਹੜੀ ਆ। ਤੇ ਸਕੈਨ ਕਰਾਉਣ ਵਾਸਤੇ ਫੋਟੋ ਲੈ ਜਾਣੀ, ਉਹ ਡਾਊਨਟਾਊਨ ਜੈਸਪਰ ਐਵਨਿਊ 'ਤੇ ਜਾ ਕੇ ਘੰਟਾ 2 ਘੰਟੇ ਬੈਠੇ ਰਹਿਣਾ, ਤੇ 5-7 ਫੋਟੋਆਂ ਸਕੈਨ ਕਰਾ ਕੇ ਲਿਆਉਣੀਆਂ, ਕਿੰਨੇ ਪੈਸੇ ਦੇ ਕੇ। ਤੇ ਹੁਣ ਦੇਖ ਲਓ, ਘਰ ਘਰ ਸਕੈਨਰ ਆ। ਸਾਡੇ ਦਫ਼ਤਰ ਪਤਾ ਨਹੀਂ 4-5 ਸਕੈਨਰ ਹੀ ਤੁਰੇ ਫਿਰਦੇ ਆ ਜੀ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਪਿਛਲੇ 25 ਸਾਲਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਉਹਨੇ ਕਾਫੀ ਵਾਧਾ ਕੀਤਾ ਆ। ਤੇ ਨਾਲ ਦੀ ਨਾਲ ਸਾਨੂੰ ਵੀ ਇਸ ਉਮਰ ਦੇ ਵਿੱਚ ਉਹਦੇ ਨਾਲ ਤੁਰਨ ਵਾਸਤੇ ਥੋੜ੍ਹਾ ਭੱਜਣਾ ਪੈਂਦਾ ਆ, ਅੱਗੇ ਭੱਜੀ ਜਾਂਦੀ ਆ। ਪਰ ਸੋ ਫਾਇਦਾ ਇਹਦਾ ਜਿਹੜਾ, ਕਿਉਂਕਿ ਇਹਦੇ ਵਿੱਚ ਹੋਰ ਵੀ ਚੀਜ਼ਾਂ, ਰਿਸੋਰਸਿਸ ਕਾਫੀ ਨੇ। ਸਾਨੂੰ ਆਪ ਕਾਫੀ ਫੋਨ ਆਉਂਦੇ ਆ ਕਿ ਅਸੀਂ ਲੈਂਡਸਕੇਪਿੰਗ ਕਰਾਉਣੀ ਆ ਜੀ, ਆਹ ਕਰਨਾ ਹੈ ਨਾ, ਤੇ ਹਾਂਜੀ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਲੰਬਿੰਗ ਦਾ ਹੋਵੇ, ਜਦੋਂ ਵੀ ਫੋਨ ਆਉਂਦੇ ਆ, ਅਸੀਂ ਫਿਰ ਉਹਨਾਂ ਨੂੰ ਜਿਹੜੇ ਕਾਰੋਬਾਰੀ ਆ ਉਹਨਾਂ ਨਾਲ ਜੋੜ ਦਈਦਾ, ਨੰਬਰ ਭੇਜ ਦਈਦਾ, ਜਾਂ ਇੱਥੋਂ ਫੋਟੋ ਖਿੱਚ ਕੇ ਭੇਜ ਦਈਦੀ ਆ। ਸੋ ਸਹੂਲਤਾਂ ਕਾਫੀ ਆ। ਇਸ ਕਰਕੇ
ਮੈਂ ਸਮਝਦਾ ਕਿ ਜਿਹੜਾ ਭਾਈਚਾਰਾ ਆ ਉਹ ਇਸ ਸਾਲ ਵਾਲੀ ਜਿਹੜੀ ਡਾਇਰੈਕਟਰੀ ਆ ਉਹਨੂੰ ਵੀ ਜੀ ਆਇਆਂ ਕਹੇਗਾ ਅਤੇ ਆਪਣੇ ਘਰ ਰੱਖਣਗੇ। ਜਦੋਂ ਵੀ ਜ਼ਰੂਰਤ ਹੋਵੇ ਤੁਸੀਂ ਫੋਨ ਕਰ ਸਕਦੇ ਹੋ। ਧੰਨਵਾਦ। ਬਿਲਕੁਲ ਜੀ। ਇੱਕ ਚੀਜ਼ ਹੋਰ, ਆਪਣਾ ਕੱਲ ਗੱਲ ਚੱਲ ਰਹੀ ਸੀ ਆਪਣੀ ਕਿ ਤੁਹਾਨੂੰ ਨਾ ਹਾਫ ਸੈਂਚੁਰੀ ਹੋ ਗਈ ਹੈ ਕੈਨੇਡਾ ਦੇ ਧਰਤੀ ਦੇ ਉੱਪਰ ਪਹੁੰਚਿਆ ਨੂੰ, 50 ਸਾਲ ਦਾ ਸਮਾਂ ਬੀਤ ਚੁੱਕਿਆ। ਉਹ ਤਜਰਬਾ ਕਿਵੇਂ ਦਾ ਰਿਹਾ ਉਦੋਂ ਤੇ ਹੁਣ ਦੇ ਸਮੇਂ ਦੇ ਵਿੱਚ, ਕੈਨੇਡਾ ਦੇ ਆਰਥਿਕ ਹਾਲਾਤਾਂ ਦੇ ਵਿੱਚ ਜਾਂ ਪਬਲੀਕੇਸ਼ਨ ਦੇ ਹਾਲਾਤਾਂ ਦੇ ਵਿੱਚ, ਜੋ ਵੀ ਤੁਸੀਂ ਦੱਸਣਾ ਚਾਹੋ ਦੱਸ ਸਕਦੇ ਜੀ, ਕਿਵੇਂ ਦਾ ਰਿਹਾ ਸਭ ਕੁਛ? 2 ਮਿੰਟਾਂ ਵਿੱਚ ਤਾਂ ਨਹੀਂ ਦੱਸਿਆ ਜਾ ਸਕਦਾ। ਬਿਲਕੁਲ ਹਾਂਜੀ। 50 ਸਾਲ ਦਾ ਸਮਾਂ ਜਿਹੜਾ ਆ ਐਡਮਿੰਟਨ, ਸਾਰੇ ਸ਼ਹਿਰ ਛੋਟੇ ਹੁੰਦੇ ਸੀ ਉਦੋਂ, ਕਿਉਂਕਿ ਜੇ 100 ਸਾਲ ਹੀ ਹੋਇਆ, ਐਡਮਿੰਟਨ ਜਿਹੜਾ 125 ਸਾਲ ਨਹੀਂ ਹੋਇਆ, 125 ਤੋਂ ਘੱਟ ਹੀ ਆ। ਸੋ ਸਾਰਾ ਆਲਾ ਦੁਆਲਾ ਜਿਹੜਾ ਆ, ਜਿਵੇਂ ਯੂਪੀ ਜਾ ਕੇ ਪੰਜਾਬੀਆਂ ਨੇ ਵਸਾਇਆ ਸੀ, ਇਸੇ ਤਰ੍ਹਾਂ ਯੂਰਪੀਅਨ ਲੋਕਾਂ ਨੇ ਵੀ ਆ ਕੇ ਵਸਾਇਆ। ਸਾਨੂੰ ਕਾਫੀ ਦੇਰ ਤੱਕ ਏਸ਼ੀਅਨ ਲੋਕਾਂ ਨੂੰ ਇੱਥੇ ਆਉਣ ਤੋਂ ਮਨਾਹੀ ਰਹੀ, ਚਾਈਨੀਜ਼, ਜੈਪਨੀਜ਼, ਇੰਡੀਅਨਸ ਖਾਸ ਕਰਕੇ। ਪਰ ਫਿਰ ਵੀ 1950 ਤੋਂ ਬਾਅਦ ਕਾਫੀ ਜਿਹੜਾ ਫਰਕ ਪਿਆ ਆ, ਅਤੇ ਹੁਣ ਤਾਂ ਦੇਖ ਲਓ ਤੁਸੀਂ, ਗਹਿਮੇ ਸੁੱਖ ਨਾਲ ਆਪਣੇ ਸਾਰੇ ਆਲੇ ਦੁਆਲੇ ਦਿਸਦੇ ਆ। ਅਤੇ ਉਹਦੇ ਵਿੱਚ ਹੁਣ ਜਿਵੇਂ ਤੁਸੀਂ ਪੱਗ ਬੱਧੀ ਆ, ਅਤੇ ਕੱਲ੍ਹ ਇੱਥੇ ਇੱਕ ਛੋਟਾ ਜਿਹਾ ਬਾਹਰ ਕਾਰੋਬਾਰ ਆ ਲਡੂਕ ਦੇ ਲਾਗੇ, ਰੌਲੀ ਵਿਊ, ਆਪਣੇ ਸੰਧੂ ਸਾਹਿਬ ਨੇ, ਉਹਨਾਂ ਦਾ ਗੈਸ ਸਟੇਸ਼ਨ ਆ, ਕਨਵੀਨੀਅੰਸ ਸਟੋਰ ਆ, ਅਤੇ ਆਲਾ ਦੁਆਲਾ ਸਾਰਾ ਯੂਰਪੀਅਨ ਲੋਕ ਬੈਠੇ ਆ। ਅਤੇ ਉਦੋਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਮਾਂ ਇਹੋ ਜਿਹਾ ਹੁੰਦਾ ਸੀ, ਮੈਨੂੰ ਯਾਦ ਹੈ ਮੈਂ ਰੇਹੜੀ ਲੈ ਕੇ ਅਤੇ ਸੇਫ ਵਿੱਚ ਗਰੋਸਰੀ ਸ਼ਾਪਿੰਗ ਕਰ ਰਿਹਾ ਸੀ, ਤੁਹਾਡੇ ਵਾਂਗ ਪੱਗ ਬੰਨ੍ਹ ਕੇ ਨੌਜਵਾਨ। ਅਤੇ ਉਹ ਗੋਰੀ ਅਤੇ ਉਹਦੀ ਲੜਕੀ ਛੋਟੀ ਜਿੰਨੀ, ਉਹ ਮੇਰੇ ਵੱਲ ਦੇਖੀ ਜਾਵੇ, ਤੁਰੇ ਗਏ। ਉਹ ਜਦੋਂ ਮੈਂ ਜਾ ਕੇ ਪੈਸੇ ਦੇਣ ਲੱਗਾ, ਉਹਦੇ ਨਾਲ ਗੱਲ ਕੀਤੀ ਕੈਸ਼ੀਅਰ ਨਾਲ, ਅਤੇ ਉਹ ਕਹਿੰਦੀ ਮੰਮੀ ਲੁੱਕ ਹੀ ਇਵਨ ਟਾਕਸ, ਕਿੰਨੀ ਗੱਲਾਂ ਵੀ ਕਰਦਾ ਸੀ। ਉਹਨਾਂ ਨੂੰ ਲੱਗਿਆ ਹੋਣਾ ਵੀ ਰੋਬਟ ਆ। ਕਹਿੰਦੀ ਲੁੱਕ ਹੀ ਇਵਨ ਟਾਕਸ, ਕਹਿੰਦੀ ਮੰਮੀ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਕਿੰਨਾ ਬਦਲਾਅ ਆਇਆ। ਬਿਲਕੁਲ ਜੀ। ਅਤੇ ਬੜੇ ਮਾਣ ਨਾਲ ਹੁਣ ਸਾਰੇ ਅਸੀਂ ਜਿੰਨਾ ਵੀ ਲੋਕਾਂ ਨੇ ਚੰਗੇ ਕੰਮ ਕੀਤੇ ਆ, ਉਹਨਾਂ ਦੀ ਖਾਤਰ ਸਾਨੂੰ ਵੀ ਸਹੂਲਤਾਂ ਜਿਹੜੀਆਂ ਮਿਲੀਆਂ ਨੇ ਜੀ। ਬਿਲਕੁਲ ਜੀ। ਫਿਲਮ ਆਈ ਸੀ ਪਿੱਛੇ ਜੇ, ਛੱਲਾ ਮੁੜ ਕੇ ਨਹੀਂ ਆਇਆ, ਅਤੇ ਵਾਕਈ ਇਹ ਵੀ ਛੱਲੇ ਨੇ, ਇਹ ਉਹੀ ਛੱਲੇ ਨੇ ਜਿਹੜੇ 50 ਸਾਲ ਪਹਿਲਾਂ ਆਏ ਸੀ ਅਤੇ ਇਸ ਦੇਸ਼ ਨੂੰ ਆਪਣਾ ਦੇਸ਼ ਬਣਾ ਲਿਆ। ਅਤੇ ਇਸ ਦੇਸ਼ ਦੇ ਵਿੱਚ ਨਵੇਂ ਜਿਹੜੇ ਇਮੀਗ੍ਰੈਂਟ ਆ ਰਹੇ ਨੇ, ਉਹਨਾਂ ਦੀ ਸਹੂਲਤ ਦੇ ਲਈ, ਜਾਂ ਜਿਹੜੇ ਹੋਰ ਵੀ ਲੋੜਵੰਦ ਨੇ ਜਿਨ੍ਹਾਂ ਨੂੰ ਵੱਖ ਤਰ੍ਹਾਂ ਦੀਆਂ ਸੇਵਾਵਾਂ ਚਾਹੀਦੀਆਂ ਨੇ, ਉਹਨਾਂ ਦੇ ਫਾਇਦੇ ਲਈ ਇੰਡੋ ਕੈਨੇਡੀਅਨ ਪੰਜਾਬੀ ਡਾਇਰੈਕਟਰੀ ਦਾ ਜਿਹੜਾ 14ਵਾਂ ਐਡੀਸ਼ਨ ਆ ਤੁਹਾਡੇ ਲਈ ਹਾਜ਼ਰ ਆ। ਭਾਜੀ ਇਹ ਜਿਹੜੀ ਕਾਪੀਜ਼ ਨੇ, ਪਹਿਲੀ ਗੱਲ ਤੇ ਦੱਸ ਦਈਏ ਦਰਸ਼ਕਾਂ ਨੂੰ ਵੀ ਫ੍ਰੀ ਆਫ ਕਾਸਟ ਨੇ, ਇਹ ਕਿੱਥੇ ਅਵੇਲੇਬਲ ਹੋਣਗੀਆਂ? ਜੀ ਜਿੰਨੀਆਂ ਵੀ ਕਾਪੀਜ਼ ਨੇ, ਅਸੀਂ ਜਿਹੜੀ ਪ੍ਰਿੰਟਡ ਕਾਪੀਜ਼ ਨੇ ਅਸੀਂ ਰੱਖਾਂਗੇ ਆਪਣੇ ਗੁਰਦੁਆਰਾ ਸਾਹਿਬ, ਜਿੰਨੇ ਵੀ ਮੰਦਰ ਨੇ, ਹੋਰ ਜਿੰਨੇ ਵੀ ਆਪਣੇ ਬਿਜ਼ਨਸ ਨੇ, ਜਿਵੇਂ ਰੈਸਟੋਰੈਂਟ ਹੋਏ, ਲਾਇਰਸ ਆਫਿਸ ਹੋ ਗਏ, ਰੀਅਲਟਰਸ ਆਫਿਸ ਹੋ ਗਏ, ਜਿੰਨੇ ਵੀ ਗਰੋਸਰੀ ਸਟੋਰਸ ਨੇ, ਉੱਥੋਂ ਲੈ ਸਕਦੇ ਹੋ ਤੁਸੀਂ। ਜੇ ਕਿਸੇ ਨੂੰ ਜੇ ਕਾਪੀ ਉੱਥੋਂ ਨਹੀਂ ਮਿਲਦੀ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਆਫਿਸ ਦੇ ਵਿੱਚੋਂ। ਹਾਂਜੀ, ਮੇਰਾ ਫੋਨ ਨੰਬਰ ਹੈਗਾ ਜੀ 7802333100, ਲਾਟ ਪਿੰਡ ਹੋਣ ਦਾ ਨੰਬਰ 7802393000। ਸਾਡੇ ਤੋਂ ਆ ਕੇ ਕਦੇ ਵੀ ਤੁਸੀਂ ਇਹ ਡਾਇਰੈਕਟਰੀ ਜਿਹੜੀ ਆ ਸਾਡੇ ਆਫਿਸ ਦੇ ਵਿੱਚੋਂ ਲੈ ਸਕਦੇ। ਹਰਜੀਤ ਭਾਈ ਬਹੁਤ ਧੰਨਵਾਦ, ਲਾਟ ਭਾਜੀ ਬਹੁਤ ਧੰਨਵਾਦ ਜੀ। ਆਸ ਕਰਦੇ ਹਾਂ ਕਿ ਇਹ ਜਿਹੜੀ 14ਵਾਂ ਐਡੀਸ਼ਨ ਆ ਇਹ ਲੋਕਾਂ ਤੱਕ ਪਹੁੰਚੇ ਅਤੇ ਉਹਨਾਂ ਦੀਆਂ ਸਹੂਲਤਾਂ ਦਾ ਕਾਰਨ ਬਣ ਸਕੇ। ਧੰਨਵਾਦ ਜੀ। ਧੰਨਵਾਦ ਬਹੁਤ। ਸਾਡੇ ਨਾਲ ਅੱਜ ਜੁੜੇ ਨੇ ਜੀ ਬੜੇ ਖਾਸ ਸ਼ਖਸੀਅਤ, ਮੇਰੇ ਸਤਿਕਾਰਯੋਗ ਅਧਿਆਪਕ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਹ ਹੈੱਡ ਆਫ ਦੀ ਡਿਪਾਰਟਮੈਂਟ ਰਹੇ ਨੇ, ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਰਿਸਰਚਰ ਨੇ, ਵੱਖ ਜਿਹੜੇ ਪ੍ਰੋਮੀਨੈਂਟ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਆਰਟੀਕਲ ਲਿਖਦੇ ਨੇ, ਵੱਖ ਜਿਹੜੇ TV ਚੈਨਲਸ ਨੇ ਉਹਨਾਂ ਦੀ ਡਿਬੇਟ ਦੇ ਵਿੱਚ ਵੀ ਹਿੱਸਾ ਲੈਂਦੇ ਨੇ। ਇਲੈਕਸ਼ਨਸ ਭਾਵੇਂ ਉਹ ਪ੍ਰੀ ਇਲੈਕਸ਼ਨ ਦਾ ਸਮਾਂ ਹੋਵੇ ਜਾਂ ਪੋਸਟ ਇਲੈਕਸ਼ਨ ਦਾ, ਉਹਨਾਂ ਦੇ ਐਨਾਲਿਸਿਸ ਦੇ ਵਿੱਚ ਵੀ ਮੁਹਾਰਤ ਰੱਖਦੇ ਨੇ। ਸੋ ਡਾਕਟਰ ਜਗਰੂਪ ਸਿੰਘ ਸੇਖੋਂ ਤੁਹਾਡੇ ਨਾਲ ਜੁੜੇ ਨੇ। ਸਰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਮਨਜੀਤ ਸਿੰਘ ਜੀ। ਅਤੇ ਡਾਕਟਰ ਸਾਹਿਬ, ਕਿਉਂਕਿ ਸਮਾਂ ਘੱਟ, ਆਪਾਂ ਰਾਜਨੀਤਿਕ ਗੱਲਾਂ ਬਾਤਾਂ ਘੱਟ ਕਰਾਂਗੇ। ਮੈਨੂੰ ਇਹ ਦੱਸੋ ਵੀ ਕੈਨੇਡਾ ਵਿੱਚ ਆਏ ਜੇ ਤੁਸੀਂ, ਐਡਮਿੰਟਨ ਸ਼ਹਿਰ ਦੇ ਵਿੱਚ ਆਏ ਜੇ, ਇੰਡੀਆ ਦੀ ਪੋਲੀਟਿਕਸ ਨੂੰ, ਪੰਜਾਬ ਦੀ ਪੋਲੀਟਿਕਸ ਨੂੰ ਬਹੁਤ ਨੇੜਿਓਂ ਦੇਖਿਆ ਤੁਸੀਂ, ਫਰਕ ਜਿਹੜਾ ਵਾ ਖਾਸ ਕਰਕੇ ਪੋਲੀਟੀਕਲ ਸਿਸਟਮ ਦੇ ਵਿੱਚ ਉਹ ਕੀ ਲੱਗਾ ਤੁਹਾਨੂੰ? ਅਸਲੀ ਰਾਜਨੀਤੀ ਇੱਕੋ ਜਿਹੀ ਹੁੰਦੀ ਆ, ਫਰਕ ਹੁੰਦਾ ਲੋਕਾਂ ਦੇ ਵਿੱਚ ਜੀ, ਕਿ ਜਿਹੜੇ ਲੋਕ ਕਿੱਦਾਂ ਦੇ ਹੈਗੇ ਆ, ਲੋਕੀ ਕਿੰਨੇ ਕੌਨਸ਼ੀਅਸ ਹੈਗੇ ਆ, ਜਾਂ ਲੋਕੀ ਕਿੰਨੇ ਅਵੇਅਰ ਹੈ, ਕਿੰਨੇ ਵੇਕੈਂਟ ਹੈ। ਪੋਲੀਟੀਕਲ ਲੀਡਰਸ ਜਿਹੜੇ ਹੁੰਦੇ ਆ ਉਹ ਬਹੁਤਾ ਫਰਕ ਇਸ ਕਰਕੇ ਹੁੰਦਾ ਵਾ ਕਿ ਉਹ ਕਿਸ ਜਮਾਤ 'ਚੋਂ ਆਉਂਦੇ ਆ, ਕਿਸ ਕਿਸਮ ਦੇ ਸਮਾਜ 'ਚੋਂ ਆਉਂਦੇ ਆ, ਕਿਸ ਕਿਸਮ ਦੇ ਜਿਹੜੀਆਂ ਹੈਗੀਆਂ ਕੰਡੀਸ਼ਨ 'ਚੋਂ ਆਉਂਦੇ ਆ। ਤੋ ਇਹ ਹੈਗਾ ਕਿ ਤੁਹਾਡਾ ਇੱਥੇ ਸਮਾਜ ਜਿਹੜਾ ਹੈਗਾ ਉਸ ਕਿਤੇ ਨਾਲ ਡਿਵੈਲਪ ਸਮਾਜ ਹੈ, ਅਵੇਅਰਡ ਸਮਾਜ ਹੈ, ਵੇਕੈਂਟ ਸਮਾਜ ਹੈ, ਔਰ ਇਹਨਾਂ ਦਾ ਇਸ ਪੋਲੀਟੀਕਲ ਲੀਡਰ ਦੇ ਉੱਤੇ ਬਹੁਤ ਪ੍ਰੈਸ਼ਰ ਰਹਿੰਦਾ ਹੈ, ਕਿਉਂਕਿ ਪੋਲੀਟੀਕਲ ਲੀਡਰ ਆਮ ਤੌਰ 'ਤੇ ਜਿਹੜੀਆਂ ਅਗਲੀਆਂ ਇਲੈਕਸ਼ਨ ਦੇ ਜਿੱਤਣ ਬਾਰੇ ਬਹੁਤ ਕੰਸਰਨਡ ਹੁੰਦੇ ਆ, ਔਰ ਉੱਦਾਂ ਹੀ ਕੰਮ ਕਰਦੇ ਆ, ਉੱਦਾਂ ਹੀ ਰਿਸਪੌਂਡ ਕਰਦੇ ਆ, ਉੱਦਾਂ ਹੀ ਇੰਟਰੈਕਟ ਕਰਦੇ ਆ ਜਿੱਦਾਂ ਦਾ ਲੋਕ ਉਹਨਾਂ ਨੂੰ ਚਾਹੁੰਦੇ ਹੋਣ।
ਤੇ ਮੈਨੂੰ ਲੱਗਦਾ ਕਿ ਫਰਕ ਸਿਰਫ ਇਹ ਹੈਗਾ ਕਿ ਪੰਜਾਬ ਦੇ ਵਿੱਚ ਔਰ ਜਾਂ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ 'ਚ ਹੀ ਉਲਝੇ ਹੋਏ ਹਾਂ ਜਿਹੜੇ ਮੁੱਦੇ ਸਾਡੇ ਖਾਸ ਕਰਕੇ ਸਮਾਜਿਕ ਜੀਵਨ ਦੇ ਨਾਲ ਜਾਂ ਰੋਟੀ ਪਾਣੀ ਵਾਲੇ ਪਾਸੇ ਵੱਲ ਜਾਂ ਦੂਸਰੇ ਪਾਸੇ ਜਾਂ ਉਹਨੂੰ ਕਹਿ ਦਈਏ ਕਿ ਸਾਡੀ ਜਿਹੜੀਆਂ ਪੈਰੋਕੀਅਲ ਜਿਹੜਾ ਵਿਊ ਪੁਆਇੰਟ ਹੈ ਉਹਦੇ ਨਾਲ ਹੈ। ਕੈਨੇਡਾ ਦੇ ਵਿੱਚ ਅਸੀਂ ਦੇਖਿਆ ਕਿ MLA ਸਾਹਿਬ ਆਏ ਸੀਗੇ, ਕਿਸ ਤਰੀਕੇ ਲੋਕਾਂ ਨਾਲ ਇੰਟਰੈਕਟ ਕਰ ਰਹੇ ਸੀਗੇ। ਕੋਈ ਮਤਲਬ ਇਹ ਉਹਨਾਂ ਦੇ ਵਿੱਚ ਹੈ ਹੀ ਨਹੀਂ ਸੀਗਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਰਾਦਰ ਮੈਨੂੰ ਲੱਗਦਾ ਸੀ ਵੀ ਉਹ ਆਸਾਨਮੰਦ ਹੋ ਰਹੇ ਸੀਗੇ ਵੀ ਇਹ ਲੋਕ ਜਿਨ੍ਹਾਂ 'ਚ ਅਸੀਂ ਬੈਠੇ ਹਾਂ ਇਹਨਾਂ ਨੇ ਸਾਨੂੰ ਚੁਣਿਆ ਹੈ। ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਵੀ ਫਰਕ ਪੈ ਰਿਹਾ, ਹਿੰਦੁਸਤਾਨ 'ਚ ਵੀ ਫਰਕ ਪੈ ਰਿਹਾ। ਪੰਜਾਬ ਦਾ ਫਰਕ ਤਾਂ ਤੁਸੀਂ ਪਿਛਲੀਆਂ ਇਲੈਕਸ਼ਨ ਦੇ ਵਿੱਚ ਦੇਖਿਆ ਹੀ ਆ ਕਿ ਕਿਸ ਤਰੀਕੇ ਨਾਲ ਲੋਕਾਂ ਨੇ ਜਿਹੜਾ ਹੈਗਾ ਨਵੇਂ ਲੋਕਾਂ ਨੂੰ ਮੌਕਾ ਮਿਲਿਆ ਹੈ। ਔਰ ਇਹਦਾ ਇੱਕ ਆਉਣ ਵਾਲੇ ਸਮੇਂ 'ਚ ਅਸਰ ਇਹ ਹੋਊਗਾ ਕਿ ਇਹ ਜਿਹੜੇ ਲੋਕ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਜਿਹੜਾ ਬਿਹੇਵੀਅਰ ਹੈ ਲੋਕਾਂ ਪ੍ਰਤੀ ਥੋੜ੍ਹਾ ਪਹਿਲਾਂ ਦੇ ਨਾਲੇ ਥੋੜ੍ਹਾ ਜਿਹਾ ਫਰਕ ਪਊਗਾ। ਤਾਂ ਇਸ ਕਰਕੇ ਫਰਕ ਸਮਾਜ ਦੇ ਵਿੱਚ ਹੁੰਦਾ ਵਾ, ਫਰਕ ਲੋਕਾਂ ਦੇ ਵਿੱਚ ਹੁੰਦਾ ਵਾ। ਰਾਜਨੀਤੀਵਾਨ ਉੱਦਾਂ ਹੀ ਰਿਸਪੌਂਡ ਕਰਦੇ ਆ ਜਿੱਦਾਂ ਦਾ ਲੋਕ ਉਹਨਾਂ ਨੂੰ ਚਾਹੁੰਦੇ ਆ ਜਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਵੋਟਾਂ ਮਿਲਦੀਆਂ ਵਾ ਉਸੇ ਤਰੀਕੇ ਨਾਲ ਹੀ ਉਹ ਬਿਹੇਵ ਕਰਦੇ ਆ। ਅਤੇ ਤੁਹਾਡੇ ਕਿਉਂਕਿ ਏਜੰਡਾ ਜਿਹੜੇ ਹੈਗੇ ਹੋਰ ਡਿਫਰੈਂਟ ਕਿਸਮ ਦੇ ਹੈਗੇ ਆ। ਤੁਹਾਡੇ ਏਜੰਡਿਆਂ ਦੇ ਵਿੱਚ ਮਨੁੱਖਾਂ ਦੀਆਂ ਲੋੜਾਂ ਜ਼ਿਆਦਾ ਇੰਪੋਰਟੈਂਟ, ਜਿਹੜੀਆਂ ਫਿਜ਼ੀਕਲ ਨੀਡਸ ਹੋ ਸਕਦੀਆਂ ਹੈ ਜਾਂ ਸਮਾਜ ਦੀਆਂ ਕਦਰਾਂ ਕੀਮਤਾਂ ਜ਼ਿਆਦਾ ਇੰਪੋਰਟੈਂਟ ਹੈਗੀਆਂ ਜਾਂ ਉਹ ਜ਼ਿਆਦਾ ਅਵੇਅਰ ਹੋਣ ਕਰਕੇ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਆ ਵੀ ਸਾਡੀ ਜਨਰੇਸ਼ਨ ਨਾਲ ਕੀ ਹੋਊਗਾ, ਕਿਸ ਕਿਸਮ ਦਾ ਏਜੰਡਾ ਚਾਹੀਦਾ ਹੈ, ਕਿਸ ਕਿਸਮ ਦਾ ਪ੍ਰੋਗਰਾਮ ਪਾਲਿਸੀ ਚਾਹੀਦੀ ਹੈ। ਸੋ ਇਹੀ ਹੈਗਾ ਵਾ ਕਿ ਜਿਹੜਾ ਫਰਕ ਮੈਨੂੰ ਇੱਥੇ ਆਣ ਕੇ ਲੱਗਿਆ। ਅਤੇ ਡਾਕਟਰ ਸਾਹਿਬ ਕੈਨੇਡਾ ਦੀ ਕੁਦਰਤੀ ਖੂਬਸੂਰਤੀ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇਹ ਤਾਂ ਅੱਖਾਂ 'ਚ ਹੁੰਦੀ, ਜਿਹੜੀ ਖੂਬਸੂਰਤੀ ਹੁੰਦੀ ਹੈ ਨਾ ਕਿਸੇ ਵੀ ਵਿਅਕਤੀ ਦੇ ਜਿਹੜਾ ਦੇਖਣ ਵਾਲਾ ਉਹਦੀ ਅੱਖਾਂ 'ਚ ਹੁੰਦੀ ਆ। ਖੂਬਸੂਰਤੀ ਹਰ ਜਗ੍ਹਾ 'ਤੇ ਹੁੰਦੀ ਆ ਅਤੇ ਇਸ ਕਰਕੇ ਇੱਥੇ ਠੀਕ ਹੈ ਤੁਹਾਡੀਆਂ ਸਮੱਸਿਆ ਉੱਦਾਂ ਦੀਆਂ ਜਿੱਦਾਂ ਸਾਡੀਆਂ ਹੈਗੀਆਂ ਵਾ, ਕਿਉਂਕਿ ਤੁਹਾਡੇ ਕੋਲ ਬਹੁਤ ਸਾਰੀ ਟੈਰੀਟਰੀ ਹੈ, ਬਹੁਤ ਸਾਰੇ ਰਿਸੋਰਸਿਸ ਹੈ, ਆਬਾਦੀ ਇੰਨਾ ਜ਼ਿਆਦਾ ਨਹੀਂ ਹੈਗੀ ਹੈ, ਉਹ ਵੀ ਹੈਗਾ। ਪਰ ਆਬਾਦੀ ਜਿਹੜੀ ਅੱਜ ਕੱਲ੍ਹ ਐਸੈਟ ਹੈ। ਹੁਣ ਤੁਹਾਡੇ ਕੈਨੇਡਾ ਨੂੰ ਬਾਹਰਲੀ ਆਬਾਦੀ ਦੀ ਬਹੁਤ ਲੋੜ ਹੈ ਜਾਂ ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ ਨੂੰ ਆਬਾਦੀ ਦੀ ਲੋੜ ਹੈ। ਇਹ ਠੀਕ ਹੈ ਕਿ ਸਿਸਟਮ ਅੱਗੇ ਵੀ ਕੀਤਾ ਸੀ, ਸਿਸਟਮ ਜਿਹੜਾ ਕੰਮ ਕਰਦਾ ਹੈ, ਸਿਸਟਮ ਦੈਟ ਵਰਕਸ ਓਵਰ ਦੇਅਰ, ਹਰ ਬੰਦਾ ਇਹਦੀ ਜ਼ਿੰਮੇਵਾਰੀ ਉਹ ਮਹਿਸੂਸ ਕਰਦਾ ਹੈ ਜਾਂ ਸਿਸਟਮ ਨੇ ਉਹਨੂੰ ਇੱਦਾਂ ਬੰਨ੍ਹ ਕੇ ਰੱਖਿਆ ਹੈ। ਮੈਂ ਤਾਂ ਇੱਕ ਹੀ ਗੱਲ ਕਹੂੰਗਾ ਵੀ ਇਸ ਵੇਲੇ 90% ਲੋਕ 99% ਘਰੋਂ ਬਾਹਰ ਨਿਕਲਦੇ ਆ ਅਤੇ ਤੁਹਾਡਾ ਸਿਸਟਮ ਜਿਹੜਾ ਹੈਗਾ ਜਿਹੜਾ ਘਰੋਂ ਬਾਹਰ ਨਿਕਲਦਾ ਬੰਦਾ ਚਾਹੇ ਗੱਡੀ 'ਤੇ ਜਾਂਦਾ ਜਾਂ ਪੈਦਲ ਜਾਂਦਾ ਉਹਦੇ 'ਤੇ ਪੂਰੀ ਨਿਗਾਹ ਰੱਖਦੇ ਆ ਔਰ ਉਹ ਜੇ ਗਾਂਹ ਪਿਛਾਂਹ ਹੁੰਦਾ ਵਾ ਤਾਂ ਉਹਨੂੰ ਫਿਰ ਸੂਦ ਕਰ ਦਿੰਦੇ ਆ ਤਾਂ ਕਿ ਉਹ ਆਉਣ ਵੇਲੇ ਦੁਬਾਰਾ ਕੋਈ ਗਲਤੀ ਨਾ ਕਰੇ। ਤਾਂ ਇਸ ਕਰਕੇ ਸੁੰਦਰਤਾ ਤਾਂ ਹੈਗੀ ਆ, ਬਹੁਤ ਜ਼ਿਆਦਾ ਹੈਗੀ ਆ, ਪਰ ਦੂਸਰੇ ਕੋਈ ਵੀ ਸਿਸਟਮ, ਹਰ ਸਿਸਟਮ ਵਿੱਚ ਸੁੰਦਰਤਾ ਹੁੰਦੀ। ਪੰਜਾਬ ਦੀ ਗੱਲ ਕਰਦੇ ਆ, ਹਿੰਦੁਸਤਾਨ ਦੀ ਗੱਲ ਕਰਦੇ ਆ, ਹਿੰਦੁਸਤਾਨ ਦੀ ਡਿਵਰਸਿਟੀ ਬਹੁਤ ਆ ਜੀ। ਠੀਕ ਆ, ਤੁਹਾਡੇ ਵੀ ਮਲਟੀਕਲਚਰਲਿਜ਼ਮ ਹੈਗਾ ਵਾ, ਸਾਡੇ ਵੀ ਡਿਵਰਸਿਟੀ ਬਹੁਤ ਆ। ਨੌਰਥ, ਸਾਊਥ, ਈਸਟ, ਵੈਸਟ ਜਿਹੜਾ ਹੈਗਾ ਵਾ ਉਹ ਸਾਰਾ ਇਸ ਕਿਸਮ ਦਾ ਮੰਜ਼ਰ ਪੇਸ਼ ਕਰਦਾ ਕਿ ਉਹ ਬਹੁਤ ਖੂਬਸੂਰਤ ਹੈ। ਪਰ ਖੂਬਸੂਰਤੀ ਨੂੰ ਬਣਾਉਣਾ ਅਤੇ ਮੇਨਟੇਨ ਕਰਨਾ ਉੱਥੋਂ ਦੇ ਲੋਕਾਂ ਦਾ ਜਾਂ ਹਾਕਮਾਂ ਦਾ ਫਰਜ਼ ਹੁੰਦਾ ਹੈ। ਬਸ ਫਰਕ ਸਿਰਫ ਇੰਨਾ ਹੀ ਆ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸਮਾਂ ਘੱਟ ਆ, ਫਿਰ ਕਿਤੇ ਸਬੱਬ ਬਣਿਆ ਤੇ ਤੁਹਾਡੇ ਨਾਲ ਕੁਝ ਹੋਰ ਰਾਜਨੀਤਿਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਮਨਜੀਤ ਸਿੰਘ। I started this in 1997. It was actually not a directory, there was a resource book for the community because I am a community director, so I knew what is needed for the community. So that's when I started and it's continuing. And the current shape that it has formed is in front of you. Technology is changing, so is our staff, and we our few members of the staff will be here shortly for clearly on the app. They have prepared and the web that they have designed. It's a tedious process for us, but finally we are glad that this year the app and new web design is here for the community to take advantage of the new technology. And without sponsor, it won't be possible. Some people still debate that whether there is a time for directory or is it online stuff. But believe me, I get many calls from the community. Even the thing I'm doing the fans last week when you got very good fans, I said I don't do it, but I'll get it done for you. Don't worry. So I took pictures from our sponsors who do the landscaping and fences. So, the purpose is all, but still there is a need. I get
call from people from various services that they would want to have ability to available in their own language. 14th edition of this very important directory. I want to say thank you to everyone who has been involved in this amazing project, as well as the sponsors, because this type of a resource is incredibly important to the community. And knowing that it began as a resource guide, and I see that it stays true to its roots, because in the very back, a lot of important resources that help community to connect when they need support still remains inside of this guide. American volunteer is being ਪੰਜਾਬੀ ਹੈ ਸੋਸ਼ਲ ਪੰਜਾਬੀ ਹੈ ਆਪਣੇ 15 ਸਾਲ ਸੇ ਕਿਤਾ ਸਾਲ ਵਿੱਚ ਹੋਇਆ ਇਸ ਕੋਡ ਦੇ ਦੌਰਾਨ ਆਪਣਾ ਸਾਰਾ ਦਿਨ ਕੀਤਾ ਇਹ ਆਈਡੀਆ ਜਿਹੜਾ ਮੈਨੂੰ ਬ੍ਰੇਨਸਟਾਰਮ ਕਰ ਰਿਹਾ ਸੀ ਤੇ ਮੈਨੂੰ ਵੀ ਇਹ ਆਸਾਨ ਦਾ ਮੌਕਾ ਮਿਲਿਆ ਜਦੋਂ ਮੈਂ ਸ਼ੁਰੂ ਕੀਤੀ ਹੈ 1997 ਵਿੱਚ ਅਰਜੀਤ ਮਾਨ ਨਾਲ मैं भी इस प्रोजेक्ट का पार्ट सी ये आज इस बार बहुत ही खुशी है कि इन्हें जॉब का एडिशन मार्केट से आ गए थे ऑलमोस्ट 15 साल की जर्नी है इन्हें अपनी कंप्लीट की है। मैं कहना चाहना कि उस वेले जो शुरू की लाट ने सोचा कि he's not gonna establish a phone book or a phone directory. He wanted to contribute something to the community. So for the first time, he actually, gave us intellectual properties. He had over 35 years of experience working in the community, working in the mentoring and presenting our community. All that experience and information published in this, in this directory. A lot of information was so much valuable for the members in many ways they could advance their career and they can upgrade themselves to become the biodiversity in our community. So once again, thank you for having us, and I'm so pleased to be part of today's meeting. My brothers and our respected colleagues here, Yazgir and Emily from Millwoods here, Christina, both of them are phenomenal. I think it's very important that we recognize the importance of a directory. And this is specifically to make sure that people have access to all the different goods and services in society. And this is what actually helps our economy grow day in, day out. You can't have a good business and economy without having the community that actually needs those goods and services. So it's a reciprocal relationship between small business and the community that actually needs those services in order for the economy to function well. So that's how important this directory is, because it actually provides that role. I want to let you all know that as the Alberta NDP, we were advocating throughout the entire period of COVID for small business. स्वागत दिल ਦੀਆਂ ਗਹਿਰਾਈਆਂ ਚੋਂ ਧੰਨਵਾਦ। ਔਰ ਅੱਜ ਇਸ ਮਕਸਦ ਲਈ ਅਸੀਂ ਇਕੱਠੇ ਹੋਏ ਹਾਂ ਜੀ ਇੰਡੋ ਕੈਨੇਡੀਅਨ ਪੰਜਾਬੀ ਡਾਇਰੈਕਟਰੀ ਦਾ 14ਵਾਂ ਐਡੀਸ਼ਨ। ਮੈਨੂੰ ਯਾਦ ਹੈ ਜਦੋਂ ਮੈਂ ਅੱਜ ਤੋਂ 8 ਸਾਲ ਪਹਿਲਾਂ ਇੱਥੇ ਪਹੁੰਚਿਆ ਸੀ ਤੇ ਜਿਹੜੇ ਨਿਊ ਇਮੀਗ੍ਰੈਂਟਸ ਹੁੰਦੇ ਨਾ ਉਹਨਾਂ ਲਈ ਇਹ ਜਿਹੜੀ ਡਾਇਰੈਕਟਰੀ ਹੈ ਇੱਕ ਵਰਦਾਨ ਤੋਂ ਘੱਟ ਨਹੀਂ ਹੈ, ਕਿਉਂਕਿ ਜੇ ਤੁਸੀਂ ਨਵੇਂ ਆਉਂਦੇ ਤਾਂ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਵੀ ਐਡਵੈਂਟਰ ਸ਼ਹਿਰ 'ਚ ਕੈਨੇਡਾ 'ਚ ਫੋਰ ਐਗਜ਼ਾਮਪਲ ਤੁਸੀਂ ਗਰੋਸਰੀ ਲੈਣ ਜਾਣਾ, ਤੁਹਾਨੂੰ ਇੰਸ਼ੋਰੈਂਸ ਦੀ ਲੋੜ ਪੈ ਗਈ, ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਦੀ ਲੋੜ ਆ, ਜਾਂ ਤੁਹਾਨੂੰ ਕਾਊਂਟਿੰਗ ਦੀਆਂ ਸਰਵਿਸਿਜ਼ ਦੀ ਲੋੜ ਆ, ਤੇ ਕਿਹੜੇ ਬੈਸਟ ਪਰਸਨ ਨੇ ਜਿਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਇਹ ਬੜਾ ਵਧੀਆ ਉਪਰਾਲਾ ਹੈਗਾ ਵਾ ਭਾਜੀ ਲਾਲ ਪਿੰਡ ਹੋਣਾ ਦਾ ਤੇ ਭਾਜੀ ਹਰਜੀਤ ਸਿੰਘ ਸੰਧੂ ਹੋਣਾ ਦਾ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਇੰਡੋ ਕੈਨੇਡੀਅਨ ਡਾਇਰੈਕਟਰੀ ਇਹ 14ਵਾਂ ਐਡੀਸ਼ਨ ਆ, ਕੋਵਿਡ ਕਰਕੇ ਨਹੀਂ ਆ ਸਕਿਆ ਔਰ ਵਾਕਈ ਵਧਾਈ ਦੇ ਪਾਤਰ ਨੇ। ਤੇ ਮੈਨੂੰ ਲੱਗਦਾ ਜਿੱਥੇ ਇਹ ਨਿਊ ਇਮੀਗ੍ਰੈਂਟਸ ਦੇ ਲਈ ਲਾਹੇਵੰਦ ਆ, ਉੱਥੇ ਜਿਹੜੇ ਛੋਟੇ ਬਿਜ਼ਨਸਮੈਨ ਹੈਗੇ ਐਡਵੈਂਟਰ ਸ਼ਹਿਰ ਦੇ, ਉਹਨਾਂ ਲਈ ਵੀ ਇਹ ਬਹੁਤ ਹੀ ਵਧੀਆ ਸਾਬਤ ਹੋ ਸਕਦਾ ਵਾ। ਉਹਨਾਂ ਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਵਧੀਆ ਉਪਰਾਲਾ ਹੈ। ਸਾਰਿਆਂ ਦਾ ਬਹੁਤ ਧੰਨਵਾਦ।
ਦਿਓਲ ਸਾਹਿਬ, ਕਾਲੀਆ ਸਾਹਿਬ ਤੇ ਪਿੰਡ ਸਾਹਿਬ ਦੇ ਨਾਲ ਇੱਕ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠ ਕੇ ਗੱਲਬਾਤ ਹੋਈ ਸੀ। क्योंकि पहली बारी भावें मैं टंडन के डोगरी भी आ चुकिया, पर मेरा जो होंगे सिर्फ कन्फाइंड सिर्फ जो डाउनटाउन तक ही होंगे सी, बहुत ज़्यादा बाहर निकलना नहीं मिलता। तो भाईचारे को मिल के या भाईचारे बारे के सुन के समझ के या जिस तरीके उपराला है, खास करके उन्होंने लोगों ने आप सारे जानते हैं कि पंजाब चों वड्डी गिनती के बच्चे जोड़े है वो इतने आना चाहते हैं या हौली हौली आ रहे हैं। जो बच्चे आते क्योंकि जो माइग्रेशन का प्रोसैस ही इदा का होंगे, जो बच्चे आते हैं फिर हौली हौली पेरेंट्स भी आते हैं। तो नवे शहर से आके उन्होंने किहड़ी चीज़ कितों मिल सकती है और किस तरीके के इतों फैसिलिटीज है। पहली गल है कि डायरेक्टर को लगता है कि अपने आप ही एक बहुत बड़ा सहारा है नवे लोगों वास्ते जोड़े इतने आते हैं जिन्होंने किसी किस्म की जी जरूरत होंगी है। दूसरा है कि क्योंकि मैं पिछले 2 दिन इतने देखा कि जिस तरीके मैं कह गया कि भाईचारा जोड़ा है सारा पंजाबी भाईचारे खास करके जो आप डायस्पोरा की गल करते हैं तो यूरोपियन डायस्पोरा की गल करते हैं, यूरोप के जो डोमीनेंट डायस्पोरा जो पंजाबी डायस्पोरा है, और जिस तरीके पंजाबी डायस्पोरा भावें कोई 2 पीढ़ियां पहले इतने आया वा 3 पीढ़ियां पहले आया, क्योंकि मैं रिश्तेदार मिल के आया उन्होंने बजुर्ग सुशील के आया से विक्टोरिया के। तो उन्होंने जी तीसरी चौथी पीढ़ी हैगी वो भी पंजाब बारे इन्ना ही ज़्यादा कंसर्न होंगे पंजाब के भले बारे जिनी नवी पीढ़ी है। इसका जो सानू सबूत जोड़ा है खास करके पिछले दिनों जो पंजाब के देश के किसान अंदोलन चलिया सीगा, तुसीं उत्थे रिकॉर्ड भी कही है किसान अंदोलन के जो साडा बाहर बैठा भाईचारा वा उसका बहुत बड़ा रोल है, शायद उनकी सक्सैस वास्ते वो रिसोर्सिस वास्ते। तो कहने तो भावें है कि इतने आन के लगता है कि पंजाब विदिन पंजाब है। तो खास करके जी गल बाबे नानक ने कहा कि चले जाओ इतों पिंड छड्ड के अपनी नवी दुनिया बनाओ, अपना नवा पसारा करो। हाँ ये जरूर है एक गल कई बारी मन लगती है कि मैं इतनी यूनिवर्सिटी जाना वा उत्थे मैनू हायर एजुकेशन के अपने बच्चों की गिनती थोड़ी जी घट लग रही है, शायद ये मेरी इग्नोरेंस हो, मैंने बहुत घट फैकल्टी जी हैगी वो इंडियन या पंजाबी भाईचारे की जी वो हायर एजुकेशन इंस्टीट्यूशन के उस पास मिलती है। हो सकता है मैं थोड़ी समय लिए उत्थे जाना, पर जिस तरीके हो खेतों के मल्ला मारियां खास करके तुसीं देखिया रियल एस्टेट के मामले के ट्रांसपोर्ट के मामले या होर सारे कारोबार के मामले तो ये साडी विद्या के भी है ठीक है, बहुत हायर पोजीशन के उत्ते लोग गए ये जो होर चीज़ हैगी कई बार आती है कि जी नवी यूथ आ रही है वो बारे कई बार ये तो होंगे भी सारी चीज़ पॉजिटिव नहीं होती, थोड़ी बहुत दूसरे पास वाली होंगी वो साढ़े लिए थोड़ा जहा कंसर्न का इशू बन जाता है। जिस तरीके पिछले समय में देखा है जो न्यूज़ आई सही के मामले या जिस तरीके इस किस्म के लोग अपॉइंटेड किए गए थे उदों मैंने लगा कि भाईचारे की थोड़िया जी चिंता का विषय बनता, पर ओवरऑल जिस तरीके उतों लोगों ने उठ के जब सारे लोगों ने या इस भाईचारे ने पंजाब का या देश का भी कहूँगा भी ना जोड़ा है चार चांद लाया वो सारे बहुत बधाई दे पात्र जो, और साड़ी यही खास रहती है कि तुम बहुत बढ़ो बोलो आगे बढ़ो तो पंजाब के नाल जुड़े रहो, क्योंकि पंजाब जो है मैं लगता है कि वो सेंस इदा की जो हिस्टरी इदा की है, कल्चर इदा का है, पास्ट इदा का है जिहदे पिछों जिहड़ा भी पंजाब के नाल चाहे परले पंजाब वाला हो उरले पंजाब वाला जिथे भी मर्जी चले गया क्योंकि असीं काफ़ी फिर तुर के दुनिया वेखी आ वो पंजाब उन्होंने मन चों नहीं निकलता। वो एक सेंस ऑफ बिलोंगिंग जी हैगी वो बहुत ज़्यादा जी हैगी वो तकड़ी रही है।